ਸਤਿ ਸ੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਨਜ਼ਾਬਤ ਦੀ ਵਾਰ ਨਾਦਰ ਸ਼ਾਹ ਦਾ ਜੋ ਪ੍ਰਸੰਗ ਕਲ ਅਤੇ ਨਾਰਦ, ਜਿਸ ਬਾਰੇ ਅਸੀਂ ਪਿਛਲੀ ਵੀਡੀਓ ਦੇ ਵਿੱਚ ਚਰਚਾ ਕੀਤਾ ਸੀ, ਉਸ ਦੇ ਬਾਕੀ ਭਾਗ ਦਾ ਭਾਗ 2 ਦੇ ਤਹਿਤ ਅਸੀਂ ਚਰਚਾ ਕਰਨ ਜਾ ਰਹੇ ਹਾਂ। ਇਸ ਵਾਰ ਦੇ ਵਿੱਚ ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਕਲ ਅਤੇ ਨਾਰਦ ਦੋ ਮਿਥਿਹਾਸਕ ਪਾਤਰ ਹਨ, ਜਿਨ੍ਹਾਂ ਦੇ ਆਧਾਰ 'ਤੇ ਕਵੀ ਨੇ ਸਮੁੱਚੀ ਵਾਰ ਦੀ ਸਿਰਜਣਾ ਕੀਤੀ ਹੈ। ਇੱਥੇ ਕਲ 'ਤੇ ਜੋ ਹੈ ਨਾਰਦ ਨੂੰ ਪਤੀ ਪਤਨੀ ਦੇ ਰੂਪ ਦੇ ਵਿੱਚ ਚਿਤਰਦਿਆਂ ਹੋਇਆਂ ਅਸਲ ਦੇ ਵਿੱਚ ਉਸ ਸਮੇਂ ਦੀ ਸਥਿਤੀ ਨੂੰ ਬਿਆਨ ਕੀਤਾ ਹੈ ਜਦੋਂ ਨਾਦਰ ਸ਼ਾਹ ਨੇ ਹਿੰਦੁਸਤਾਨ ਦੀ ਧਰਤੀ 'ਤੇ ਹਮਲਾ ਕੀਤਾ ਸੀ। ਅਤੇ ਕਲ ਉਸ ਵੇਲੇ ਦੀ ਭਾਰਤੀ ਜਨਤਾ ਦਾ ਪ੍ਰਤੀਕ ਹੈ ਅਤੇ ਨਾਰਦ ਉਸ ਵੇਲੇ ਦੇ ਰਾਜ ਜੋ ਬਾਦਸ਼ਾਹ ਹੈ ਜਾਂ ਰਜਵਾੜਾ ਸ਼ਾਹੀ ਹੈ ਉਸ ਦਾ ਪ੍ਰਤੀਕ ਹੈ ਕਿ ਕਿਸ ਤਰ੍ਹਾਂ ਰਾਜੇ ਜੋ ਸਨ ਉਹ ਜਨਤਾ ਦਾ ਸ਼ੋਸ਼ਣ ਕਰ ਰਹੇ ਸਨ। ਇਸ ਨੂੰ ਬਿਆਨਦਿਆਂ ਹੋਇਆਂ ਕਵੀ ਨੇ ਇਸ ਵਾਰ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਅਸਲ ਦੇ ਵਿੱਚ ਜਦੋਂ ਕਿਸੇ ਦੇਸ਼ ਦੇ ਵਿੱਚ ਖਾਨਾ ਜੰਗੀ ਦੀ ਸਥਿਤੀ ਹੁੰਦੀ ਹੈ, ਉਸ ਦਾ ਸਭ ਤੋਂ ਵੱਡਾ ਕਾਰਨ ਇਹ ਹੁੰਦਾ ਹੈ ਕਿ ਜਦੋਂ ਕੋਈ ਰਾਜਾ ਆਪਣੇ ਫਰਜ਼ਾਂ ਪ੍ਰਤੀ ਜੋ ਹੈ ਅਵੇਸਲਾ ਹੋ ਜਾਂਦਾ ਹੈ, ਆਪਣੇ ਜ਼ਿੰਮੇਦਾਰੀਆਂ ਨਿਭਾਉਣ ਤੋਂ ਮੁਨਕਰ ਹੋ ਜਾਂਦਾ ਹੈ, ਅਤੇ ਜਨਤਾ ਜੋ ਹੈ ਅਜਿਹੇ ਰਾਜੇ ਦੀਆਂ ਇਹਨਾਂ ਵਧੀਕੀਆਂ ਨੂੰ ਬਰਦਾਸ਼ਤ ਨਹੀਂ ਕਰਦੀ ਅਤੇ ਉਸ ਦੇ ਪ੍ਰਤੀ ਇੱਕ ਤਰ੍ਹਾਂ ਦੇ ਨਾਲ ਜੋ ਉਹਨਾਂ ਦੀ ਗਰੀਬੀ ਹੁੰਦੀ ਹੈ, ਭੁੱਖ ਹੁੰਦੀ ਹੈ, ਉਸ ਨੂੰ ਨਾ ਸਹਿਣ ਕਰਦਿਆਂ ਹੋਇਆਂ ਅੰਤ ਸੰਘਰਸ਼ 'ਤੇ ਉਤਰ ਆਉਂਦੀ ਹੈ। ਅਤੇ ਇਸ ਤਰ੍ਹਾਂ ਜਦੋਂ ਵੀ ਕਿਸੇ ਦੇਸ਼ ਦੀ ਜਨਤਾ ਜਿਹੜੀ ਹੈ ਰਾਜੇ ਤੋਂ ਸੰਤੁਸ਼ਟ ਨਹੀਂ ਹੋਵੇਗੀ ਤਾਂ ਉਸ ਦੇਸ਼ ਦੀ ਜਨਤਾ ਦਾ ਰਾਜੇ ਦੇ ਖਿਲਾਫ ਬੋਲਣਾ ਜਾਂ ਭੜਕਣਾ ਕੁਦਰਤੀ ਗੱਲ ਹੈ। ਅਤੇ ਪੁਰਾਣੇ ਸਮੇਂ ਦੇ ਵਿੱਚ ਕਿਉਂਕਿ ਰਾਜੇ ਮਹਾਰਾਜੇ ਹੁੰਦੇ ਸਨ, ਸੋ ਜਦੋਂ ਵੀ ਕੋਈ ਬਾਹਰੀ ਰਾਜਾ ਜਾਂ ਬਾਹਰੀ ਦੇਸ਼ ਜਾਂ ਬਾਹਰੀ ਤਾਕਤ ਜਿਹੜੀ ਸੀ ਦੇਸ਼ 'ਤੇ ਹਮਲਾ ਕਰਦੀ ਸੀ ਅਤੇ ਸਤਾਈ ਹੋਈ ਦੁਖੀ ਜਨਤਾ ਜਿਹੜੀ ਸੀ ਆਪਣੇ ਰਾਜੇ ਦਾ ਸਾਥ ਦੇਣ ਦੀ ਥਾਵੇਂ ਦੂਜੀ ਧਿਰ ਦਾ ਸਾਥ ਦੇ ਕੇ ਆਪਣੇ ਜੋ ਹੈ ਦੁੱਖਾਂ ਤੋਂ ਮੁਕਤੀ ਚਾਹੁੰਦੀ ਸੀ। ਤਾਂ ਅਜਿਹੀ ਸਥਿਤੀ ਦੇ ਵਿੱਚ ਜਦੋਂ ਨਾਦਰ ਸ਼ਾਹ ਨੇ ਹਿੰਦੁਸਤਾਨ ਦੀ ਧਰਤੀ 'ਤੇ ਹਮਲਾ ਕੀਤਾ ਤਾਂ ਉਸ ਵੇਲੇ ਦੇ ਜੋ ਰਾਜੇ ਸਨ ਉਹਨਾਂ ਨੇ ਭਾਰਤੀ ਜਨਤਾ ਦਾ ਇੰਨਾ ਸ਼ੋਸ਼ਣ ਕੀਤਾ ਹੋਇਆ ਸੀ ਕਿ ਜਨਤਾ ਆਪਣੇ ਰਾਜੇ ਦਾ ਸਾਥ ਦੇਣ ਦੀ ਬਜਾਏ ਭਾਰਤੀ ਹੁਕਮਰਾਨਾਂ ਦਾ ਸਾਥ ਦੇਣ ਦੀ ਥਾਵੇਂ ਵਿਦੇਸ਼ੀ ਹਾਕਮਾਂ ਦੇ ਸਾਥ ਦੇਣ ਨੂੰ ਤਿਆਰ ਹੋ ਗਈ ਸੀ ਤਾਂ ਜੋ ਉਹਨਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਹੋ ਸਕੇ। ਇਸ ਸਾਰੀ ਘਟਨਾ ਦਾ ਬਿਆਨ ਜੋ ਹੈ ਕਵੀ ਨੇ ਬੜੇ ਪ੍ਰਤੀਕਾਤਮਕ ਰੂਪ ਦੇ ਵਿੱਚ ਕੀਤਾ ਹੈ। ਕਲ ਅਤੇ ਨਾਰਦ ਮਿਥਿਹਾਸਕ ਪਾਤਰਾਂ ਨੂੰ ਆਧਾਰ ਬਣਾ ਕੇ ਕਲ ਪਤਨੀ ਅਤੇ ਨਾਰਦ ਨੂੰ ਪਤੀ ਦੇ ਰੂਪ ਦੇ ਵਿੱਚ ਚਿਤਰਿਆ ਹੈ ਕਿ ਜਿਸ ਤਰ੍ਹਾਂ ਜੇਕਰ ਮਰਦ ਘਰ ਦੇ ਵਿੱਚ ਔਰਤ ਨੂੰ ਜੋ ਹੈ ਜੋ ਜ਼ਰੂਰੀ ਚੀਜ਼ਾਂ ਹਨ, ਜ਼ਰੂਰੀ ਲੋੜਾਂ ਹਨ, ਉਸ ਦੀਆਂ ਮੁੱਢਲੀਆਂ ਲੋੜਾਂ ਹਨ ਜੀਵਨ ਨੂੰ ਘਰ ਨੂੰ ਚਲਾਉਣ ਦੀਆਂ, ਜੇਕਰ ਉਹ ਪੂਰੀਆਂ ਨਾ ਕਰੇ ਤਾਂ ਉਹ ਔਰਤ ਜਿਹੜੀ ਹੈ ਕਦੇ ਵੀ ਸੰਤੁਸ਼ਟ ਨਹੀਂ ਹੋ ਸਕਦੀ। ਸੋ ਉਹਨਾਂ ਦੀ ਲੜਾਈ ਜੋ ਅਸੀਂ ਪਿਛਲੇ ਭਾਗ ਦੇ ਵਿੱਚ ਕੀਤੀ ਹੈ ਇਸ ਵੀਡੀਓ ਦੇ, ਅੱਜ ਅਗਲੇ ਬਾਰੇ ਅਸੀਂ ਚਰਚਾ ਕਰਾਂਗੇ ਕਿ ਨਾਰਦ ਕਲ ਨੂੰ ਕਹਿ ਰਿਹਾ ਹੈ ਕਿ ਤੋਏ ਵਿੱਚ ਅਕਲ ਨਾ ਰਤੀ, ਕਿ ਤੇਰੇ ਵਿੱਚ ਕੋਈ ਅਕਲ ਵਾਲੀ ਗੱਲ ਹੈ ਹੀ ਨਹੀਂ। ਕਿਉਂ? ਕਦੇ ਅੰਗਣ ਚਰਖਾ ਡਾਹ ਕੇ ਤੋਹੇ ਤੰਦ ਨਾ ਕੱਤੀ, ਕਿਉਂਕਿ ਤੂੰ ਕਦੀ ਅੰਗਣ ਭਾਵ ਵਿਹੜੇ ਦੇ ਵਿੱਚ ਚਰਖਾ ਨਹੀਂ ਡਾਹਿਆ, ਕੋਈ ਤੰਦ ਨਹੀਂ ਕੱਤੀ, ਭਾਵ ਤੇਰਾ ਹੱਥੀਂ ਕੰਮ ਕਰਨ ਦੇ ਵਿੱਚ ਵਿਸ਼ਵਾਸ ਨਹੀਂ ਹੈ, ਬਲਕਿ ਤੂੰ ਵਿਹਲੀਆਂ ਜੋ ਹੈ ਖਾਣ ਦੀ ਸ਼ੌਕੀਨ ਹੈ। ਨਾ ਤੂੰ ਪਰ ਅਟੇਰਿਆ ਅਟੇਰਨ 'ਤੇ ਅੱਟੀ, ਭਾਵ ਜੇ ਕਦੀ ਚਰਖਾ ਹੀ ਨਹੀਂ ਡਾਹਿਆ, ਚਰਖਾ ਕੱਤਿਆ ਹੀ ਨਹੀਂ, ਕੋਈ ਤੰਦ ਨਹੀਂ ਪਾਈ, ਕੋਈ ਪੂਣੀ ਨਹੀਂ ਕੱਤੀ, ਕੋਈ ਛੱਲੀ ਨਹੀਂ ਲਾਈ, ਤਾਂ ਅਟੇਰਨ 'ਤੇ ਅਟੇਰਿਆ ਵੀ ਤਾਂ ਤਾਂ ਹੀ ਜਾਏਗਾ ਜੇਕਰ ਛੱਲੀਆਂ ਹੋਣਗੀਆਂ। ਭਾਵ ਤੂੰ ਬਿਲਕੁਲ ਵਿਹਲੀ ਰਹਿਣਾ ਪਸੰਦ ਕਰਨੀ ਹੈ। ਜਦੋਂ ਵੀ ਕਿਸੇ ਦੇਸ਼ ਦੀ ਜਨਤਾ ਵੀ ਜਿਹੜੀ ਹੈ ਉਹ ਵੀ ਇਸ ਤਰ੍ਹਾਂ ਦਾ ਸੱਭਿਆਚਾਰ ਅਪਣਾ ਲੈਂਦੀ ਹੈ ਕਿ ਉਹ ਵਿਹਲੜ ਹੋ ਜਾਂਦੀ ਹੈ, ਤਾਂ ਉਸ ਵੇਲੇ ਵੀ ਸਥਿਤੀ ਜਿਹੜੀ ਹੈ ਕੋਈ ਜ਼ਿਆਦਾ ਸੁਖਾਵੀਂ ਨਹੀਂ ਰਹਿੰਦੀ। ਮੈਨੂੰ ਕਦੇ ਨਾ ਦਿੱਤੀ ਸਿਉਂ ਕੇ ਚਾਦਰ ਚੌਪੱਟੀ, ਕਵੀ ਕਹਿ ਰਿਹਾ ਹੈ ਕਿ ਨਾਰਦ ਰੂਪ ਦੇ ਵਿੱਚ ਪਤੀ ਜੋ ਕਹਿ ਰਿਹਾ ਹੈ ਰਾਜੇ ਨੂੰ, ਆਪਣੀ ਪਤਨੀ ਨੂੰ, ਕਿ ਤੂੰ ਮੇਰੀਆਂ ਲੋੜਾਂ ਨੇ ਤੂੰ ਉਸ ਦਾ ਵੀ ਕਦੀ ਧਿਆਨ ਨਹੀਂ ਰੱਖਿਆ, ਤੂੰ ਮੈਨੂੰ ਕਦੇ ਵੀ ਚਾਦਰ ਸਿਉਂ ਕੇ ਨਹੀਂ ਦਿੱਤੀ। ਭਾਵ ਪੁਰਾਣੇ ਜ਼ਮਾਨੇ ਦੇ ਵਿੱਚ ਚਰਖੇ 'ਤੇ ਸੂਤ ਕੱਤ ਕੇ ਚਾਦਰਾਂ ਬਣਾਈਆਂ ਜਾਂਦੀਆਂ ਸਨ। ਭਾਵ ਤੇਰਾ ਵੀ ਹੱਥੀਂ ਕੰਮ ਕਰਨ ਦਾ ਜੀ ਨਹੀਂ ਕਰਦਾ, ਕਿਉਂਕਿ ਤੂੰ ਇੰਨੀ ਜ਼ਿਆਦਾ ਸੁਸਤ ਹੋ ਚੁੱਕੀ ਹੈ
ਇੰਨੀ ਜ਼ਿਆਦਾ ਵਿਹਲ ਪਸੰਦ ਹੋ ਚੁੱਕੀ ਹੈ, ਕੰਮ ਤੋਂ ਜੀ ਚਰਾਉਂਦੀ ਹੈ, ਕਿਉਂਕਿ ਕੰਮ ਤੋਂ ਜੀ ਚਰਾਉਣਾ ਵੀ ਜੋ ਹੈ ਇੱਕ ਤਰ੍ਹਾਂ ਦੇ ਨਾਲ ਜਨਤਾ ਦਾ ਅਵੇਸਲਾਪਨ ਵੀ ਹੈ, ਆਪਣੇ ਜੋ ਉਸਦੇ ਕਰਤੱਵ ਹਨ। ਜੇਕਰ ਰਾਜੇ ਬੇਮੁਖ ਹੋ ਰਹੇ ਹਨ ਆਪਣੇ ਫਰਜ਼ਾਂ ਤੋਂ, ਤੇ ਜਨਤਾ ਵੀ ਆਪਣੇ ਫਰਜ਼ ਨਿਭਾ ਨਹੀਂ ਰਹੀ। ਮੈਂ ਚੌਂਕੇ ਬੈਠਣਾ ਜਿਵਿਆਂ ਤੂੰ ਸਹਿਜ ਨਾ ਪੱਕੀ। ਕਵੀ ਕਹਿ ਰਿਹਾ ਕਿ ਮੈਂ ਕਦੇ ਵੀ ਇੱਕ ਪਤੀ ਦੇ ਰੂਪ ਦੇ ਵਿੱਚ ਘਰ ਦੇ ਵਿੱਚ ਚੌਂਕੇ ਦੇ ਵਿੱਚ ਬੈਠ ਕੇ ਖਾਣਾ ਮੈਨੂੰ ਨਸੀਬ ਨਹੀਂ ਹੋਇਆ, ਕਿਉਂਕਿ ਤੂੰ ਕਦੇ ਸਹਿਜ ਹੋ ਕੇ, ਤੇਰਾ ਘਰ ਵੱਲ ਧਿਆਨ ਹੀ ਨਹੀਂ ਹੈ, ਪਰਿਵਾਰ ਵੱਲ ਧਿਆਨ ਹੀ ਨਹੀਂ ਹੈ। ਜੋ ਕਾਰ ਵਿਹਾਰ ਇੱਕ ਔਰਤ ਨੂੰ ਘਰ ਗ੍ਰਸਥੀ ਨੂੰ ਸੰਭਾਲਣ ਦੇ ਲਈ ਕਰਨੇ ਜ਼ਰੂਰੀ ਹਨ, ਤੂੰ ਉਹਨਾਂ ਵੱਲੋਂ ਅਵੇਸਲੀ ਹੋ ਚੁੱਕੀ ਹੈ। ਕਦੇ ਵੀ ਤੂੰ ਚਾਅ ਦੇ ਨਾਲ, ਰੀਝ ਦੇ ਨਾਲ ਮੇਰੇ ਲਈ ਭੋਜਨ ਤਿਆਰ ਨਹੀਂ ਕੀਤਾ, ਮੈਨੂੰ ਪਕਾ ਕੇ ਖਵਾਇਆ ਨਹੀਂ। ਤੂੰ ਘਰ ਵਿੱਚ ਫਿਰਦੀ ਏ, ਤੂੰ ਘਰ ਵਿੱਚ ਫਿਰਨੀ ਏ ਗਹਿਕ ਦੀ ਜੌਬਨ ਦੀ ਮੱਤੀ। ਭਾਵ ਤੈਨੂੰ ਆਪਣੇ ਜੌਬਨ ਦਾ, ਜਵਾਨੀ ਦਾ, ਸੁਹੱਪਨ ਦਾ ਇੰਨਾ ਮਾਣ ਹੈ ਕਿ ਤੂੰ ਘਰ ਦੇ ਵਿੱਚ ਬੜੇ ਗੁਮਾਨ ਦੇ ਨਾਲ ਫਿਰਦੀ ਹੈ। ਭਾਵ ਕਿਸੇ ਕੰਮ ਨੂੰ ਹੱਥ ਨਹੀਂ ਲਾਉਂਦੀ। ਤੇਰੀਆਂ ਗੱਲਾਂ ਪਰੇ ਮਹਾਇਣੀ ਦਾਰੇ 'ਤੇ ਸੱਥੀ। ਭਾਵ ਪਰੇ ਪੰਚਾਇਤਾਂ ਦੇ ਵਿੱਚ, ਪਿੰਡ ਦੀਆਂ ਹਰ ਮੋੜ 'ਤੇ, ਹਰ ਗਲੀ ਦੇ ਵਿੱਚ, ਸੱਥ ਦੇ ਵਿੱਚ ਤੇਰੇ ਇਹਨਾਂ ਵੇਲ ਪੁਣੇ ਦੇ ਚਰਚੇ ਹੋ ਰਹੇ ਹਨ। ਤੈਨੂੰ ਚਸਕਾ ਬਹੁਤ ਜਵਾਨ ਦਾ, ਲੇਖਾ ਹਰ ਹੱਟੀ। ਤੈਨੂੰ ਖਾਣ ਪੀਣ ਦਾ ਇੰਨਾ ਸ਼ੌਕ ਹੈ ਕਿ ਲੇਖਾ ਹਰ ਹੱਟੀ। ਭਾਵ ਤੇਰੇ ਜੋ ਸਵਾਦ ਦੇ ਲਈ, ਤੂੰ ਆਪਣੇ ਸਵਾਦ ਦੇ ਲਈ, ਆਪਣੀ ਜਿਹਵਾ ਦੇ ਸਵਾਦ ਦੇ ਲਈ, ਆਪਣੀਆਂ ਲੋੜਾਂ ਦੇ ਲਈ ਹਰ ਹੱਟੀ 'ਤੇ ਤੇਰਾ ਲੇਖਾ ਚੱਲ ਰਿਹਾ, ਹਿਸਾਬ ਕਿਤਾਬ, ਭਾਵ ਉਧਾਰ ਚੱਲ ਰਿਹਾ ਹੈ। ਕਿਉਂ ਚੱਲ ਰਿਹਾ ਹੈ, ਅਜਿਹਾ ਕਿਉਂ ਹੋ ਰਿਹਾ ਹੈ? ਮੈਥੋਂ ਨਹੀਂ ਭਰੀ ਦੀ ਤੇਰੀ ਇਹ ਚੱਟੀ। ਕਵੀ ਕਹਿ ਰਿਹਾ ਹੈ ਕਿ ਪਤੀ ਰੂਪ ਦੇ ਵਿੱਚ ਨਾਰਦ ਕਹਿ ਰਿਹਾ ਕਿ ਮੇਰੇ ਤੋਂ ਤੇਰੀ ਇਹ ਚੱਟੀ ਨਹੀਂ ਭਰੀ ਜਾਂਦੀ। ਭਾਵ ਮੈਂ ਕੋਈ ਤੇਰਾ ਗੁਲਾਮ ਨਹੀਂ ਕਿ ਮੈਂ ਸਾਰਾ ਦਿਨ ਮਿਹਨਤ ਕਰਕੇ ਕਮਾ ਕੇ ਲਿਆਵਾਂ ਔਰ ਮੈਨੂੰ ਭਰ ਪੇਟ ਭੋਜਨ ਵੀ ਨਸੀਬ ਨਾ ਹੋਏ, ਔਰ ਤੂੰ ਆਪਣੇ ਸਵਾਦ ਦੀ ਖਾਤਰ, ਆਪਣੇ ਜੀਵਾ ਰਸ ਦੀ ਖਾਤਰ ਜੋ ਹੈ ਤੇਰਾ ਪਿੰਡ ਦੀ ਹਰ ਗਲੀ ਦੇ ਉੱਤੇ ਹਿਸਾਬ ਗਲੀ ਦੀ ਹਰ ਦੁਕਾਨ ਦੇ ਵਿੱਚ ਤੇਰਾ ਇੱਕ ਲੇਖਾ ਚੱਲਦਾ ਹੋਵੇ, ਉਧਾਰ ਦਾ ਖਾਤਾ ਚੱਲਦਾ ਹੋਵੇ। ਜਾਂ ਟੁਰ ਜਾ ਪੇਕੇ ਆਪਣੇ ਅੱਤ ਕਿਹੜੀ ਪੱਟੀ। ਪਤੀ ਰੂਪ ਦੇ ਵਿੱਚ ਨਾਰਦ ਕਹਿ ਰਿਹਾ ਹੈ ਕੱਲ ਨੂੰ ਕਿ ਜਾ ਤੂੰ ਆਪਣੇ ਪੇਕੇ ਘਰ ਚਲੀ ਜਾ, ਮੇਰੇ ਤੇ ਇੰਨਾ ਅੱਤ ਕਿਹੜੀ ਪੱਟੀ। ਭਾਵ ਤੂੰ ਇੰਨੀ ਅੱਤ ਕਿਉਂ ਚੁੱਕੀ ਹੋਈ ਹੈ, ਤੂੰ ਆਪਣੀਆਂ ਮਣਿਆਈਆਂ 'ਤੇ ਕਿਉਂ ਉਤਰੀ ਹੋਈ ਹੈ, ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦੀ। ਮੈਂ ਤੇਰੇ ਇੰਨੇ ਜਿਹੜੇ ਸ਼ੌਕ ਪੂਰੇ ਨਹੀਂ ਕਰ ਸਕਦਾ, ਜਾਂ ਮੇਰੇ ਵਿੱਚ ਇੰਨੀ ਸਮਰੱਥਾ ਨਹੀਂ ਹੈ। ਸੋ ਇਸ ਲਈ ਤੂੰ ਆਪਣੇ ਪੇਕੇ ਘਰ ਜਾ ਸਕਦੀ ਹੈ, ਮੇਰੇ ਵੱਲੋਂ ਖੁੱਲ੍ਹੀ ਛੂਟ ਹੈ, ਮੇਰੇ 'ਤੇ ਰੋਹਬ ਪਾਉਣ ਦੀ ਲੋੜ ਨਹੀਂ ਹੈ। ਕੱਲ ਆਂਦੀ ਵੇ ਨਾਰਦਾ ਤੈਨੂੰ ਕੀ ਭਲਿਆਈ। ਫਿਰ ਕੱਲ ਕਹਿ ਰਹੀ ਹੈ ਉਸਨੂੰ ਵੇ ਨਾਰਦਾ, ਅਤੇ ਇਹਦੇ ਵਿੱਚ ਕੋਈ ਕਲਿਆਣ ਵਾਲੀ ਗੱਲ, ਤੂੰ ਕੋਈ ਸਿਆਣੀ ਗੱਲ ਨਹੀਂ ਕੀਤੀ। ਕਿਉਂ? ਵੇ ਘਰੋਂ ਜਨਾਨੀ ਟੋਰਨੀ ਖੂਬੀ ਨਹੀਂ ਉਹ ਕਾਈ। ਕੋਈ ਵੀ ਮਰਦ ਜਿਹੜਾ ਆਪਣੀ ਔਰਤ ਨੂੰ ਘਰੋਂ ਨਿਕਲ ਜਾਣ ਦੇ ਲਈ ਕਹਿ ਰਿਹਾ ਹੈ, ਘਰੋਂ ਚਲੇ ਜਾਣ ਦੇ ਲਈ ਕਹਿ ਰਿਹਾ ਹੈ, ਇਹ ਕੋਈ ਚੰਗੀ ਗੱਲ ਨਹੀਂ ਹੈ, ਇਹ ਕੋਈ ਸਿਆਣੀ ਗੱਲ ਨਹੀਂ ਹੈ। ਇੱਕ ਹੱਸ ਕਰੇ ਖੁਸ਼ਾਮਦਾ, ਦੂਜਾ ਕਰੇ ਲੜਾਈ। ਇੱਕ ਪਾਸੇ ਜਦੋਂ ਤੈਨੂੰ ਲੋੜ ਹੁੰਦੀ ਹੈ ਉਦੋਂ ਹੱਸ ਕੇ ਖੁਸ਼ਾਮਦਾ ਕਰਦਾ ਹੈ, ਮੇਰੀ ਹਰ ਮੰਗ ਮੰਨਣ ਦੇ ਲਈ ਤਿਆਰ ਕਰਦਾ ਹੈ, ਅਤੇ ਬਾਅਦ ਦੇ ਵਿੱਚ ਤੂੰ ਮੇਰੇ ਨਾਲ ਲੜਾਈ ਕਰਦਾ ਹੈ। ਇਸ ਖੁਸ਼ਾਮਦੋਂ ਕੌਰਵਾਂ ਜਾਂ ਜਦ ਕੁਹਾਈ। ਹੁਣ ਪਤੀ ਪਤਨੀ ਦੀ ਲੜਾਈ ਦੇ ਰੂਪ ਦੇ ਵਿੱਚ ਅਸਲ ਨੇ ਕਵੀ ਨੇ ਪ੍ਰਤੀਕਾਤਮਕ ਰੂਪ ਦੇ ਵਿੱਚ ਭਾਰਤੀ ਉਸ ਵੇਲੇ ਦੇ ਰਾਜੇ ਅਤੇ ਜਨਤਾ ਦੇ ਜੋ ਆਪਸੀ ਵਿਵਾਦ ਸਨ ਉਹਨਾਂ ਵੱਲ ਇਸ਼ਾਰਾ ਕੀਤਾ ਹੈ। ਬੜੇ ਪ੍ਰਤੀਕਾਤਮਕ ਢੰਗ ਦੇ ਨਾਲ, ਬੜੀ ਇਸ ਨੂੰ ਰਸਮਈ ਅੰਦਾਜ਼ ਦੇ ਵਿੱਚ, ਇੱਕ ਕਹਾਣੀ ਦੇ ਅੰਦਾਜ਼ ਦੇ ਵਿੱਚ ਸਾਰੀ ਉਸ ਵੇਲੇ ਦੀ ਸਥਿਤੀ ਨੂੰ ਬਿਆਨ ਕੀਤਾ ਹੈ ਕਿ ਜਿਸ ਤਰ੍ਹਾਂ ਪਤੀ ਪਤਨੀ ਜੇਕਰ ਆਪਸ ਦੇ ਵਿੱਚ ਲੜਨਗੇ, ਉਹ ਘਰ ਪਰਿਵਾਰ ਕਦੇ ਵੀ ਤਰੱਕੀ ਨਹੀਂ ਕਰ ਸਕਦਾ। ਠੀਕ ਇਸੇ ਤਰ੍ਹਾਂ ਜੇ ਕਿਸੇ ਦੇਸ਼ ਦਾ ਰਾਜਾ, ਬਾਦਸ਼ਾਹ ਅਤੇ ਜਨਤਾ ਦੇ ਵਿੱਚ ਆਪਸ ਦੇ ਵਿੱਚ ਵਿਵਾਦ ਹੋਣਗੇ, ਆਪਸ ਦੇ ਵਿੱਚ ਸਾਂਝ ਨਹੀਂ ਹੋਏਗੀ, ਆਪਸੀ ਪ੍ਰੇਮ ਅਤੇ ਭਾਈਚਾਰੇ ਦੀ ਭਾਵਨਾ ਨਹੀਂ ਹੋਏਗੀ, ਉਹ ਦੇਸ਼ ਵੀ ਕਦੇ ਤਰੱਕੀ ਨਹੀਂ ਕਰ ਸਕਦਾ। ਅਤੇ ਜਦੋਂ ਰਾਜਾ ਜਨਤਾ ਨੂੰ ਜੋ ਹੈ ਇਗਨੋਰ ਕਰੇਗਾ, ਉਹਨਾਂ ਦੀ ਪਰਵਾਹ ਨਹੀਂ ਕਰੇਗਾ, ਆਪਣੀਆਂ ਮਣਿਆਈਆਂ ਕਰੇਗਾ, ਆਪਣੇ ਸਵਾਰਥ ਦੇ ਲਈ ਆਪਣੀ ਰਾਜਗੱਦੀ ਦੀ ਵਰਤੋਂ ਕਰੇਗਾ, ਅਤੇ ਉਸ ਰਾਜੇ ਦੇ ਰਾਜ ਦੇ ਵਿੱਚ ਜਨਤਾ ਵੀ ਕਦੇ ਸੰਤੁਸ਼ਟ ਨਹੀਂ ਹੋ ਸਕਦੀ। ਤਾਂ
ਇਸੇ ਕਰਕੇ ਉਹ ਜਨਤਾ ਜਿਹੜੀ ਹੈ ਵਕਤ ਪੈਣ 'ਤੇ ਮੁਸੀਬਤ ਦੇ ਵੇਲੇ ਕਦੇ ਵੀ ਰਾਜੇ ਦੇ ਨਾਲ ਖੜੀ ਹੋਣ ਦੀ ਥਾਵੇਂ ਬੇਗਾਨਿਆਂ ਦੇ ਹੱਥ ਚੜ੍ਹ ਕੇ ਭਾਵੇਂ ਘਾਣ ਉਹ ਆਪਣੇ ਹੀ ਮੁਲਕ ਦਾ ਕਰਵਾ ਲੈਂਦੀ ਹੈ, ਆਪਣੇ ਹੀ ਵੰਸ਼ ਦਾ ਕਰਵਾ ਲੈਂਦੀ ਹੈ, ਪਰ ਇੱਕ ਵਾਰੀ ਉਹ ਰਾਜੇ ਨੂੰ ਸਬਕ ਸਿਖਾਉਣ ਤੋਂ ਪਿੱਛੇ ਨਹੀਂ ਹਟਦੀ। ਇਸ ਲਈ ਕੱਲ ਰਾਜੇ ਨੂੰ ਨਾਰਦ ਨੂੰ ਕਹਿ ਰਹੀ ਹੈ ਕਿ ਇਸ ਖੁਸ਼ਾਮਦੋਂ ਕੌਰਵਾਂ ਜਾ ਜਦ ਕੁਹਾਈ, ਭਾਵ ਜਿਹੋ ਜਿਹਾ ਵਿਹਾਰ ਤੇਰਾ ਹੈ ਇਹੋ ਜਿਹਾ ਵਿਹਾਰ ਹੀ ਕੌਰਵਾਂ ਦਾ ਸੀ, ਕਿਉਂਕਿ ਉਹ ਪਾਂਡਵਾਂ ਦਾ ਜ਼ਰੂਰਤ ਤੋਂ ਜ਼ਿਆਦਾ ਸ਼ੋਸ਼ਣ ਕਰ ਰਹੇ ਸਨ, ਆਪਣੀਆਂ ਮਣਿਆਈਆਂ ਕਰ ਰਹੇ ਸਨ, ਉਹਨਾਂ ਨੂੰ ਦਬਾ ਕੇ ਰੱਖਣਾ ਚਾਹੁੰਦੇ ਸਨ। ਅਤੇ ਜਦੋਂ ਗੁਬਾਰੇ ਨੂੰ ਜੇਕਰ ਭੁਕਾਨੇ ਨੂੰ ਜ਼ਰੂਰਤ ਤੋਂ ਜ਼ਿਆਦਾ ਅਸੀਂ ਹਵਾ ਭਰਾਂਗੇ ਤਾਂ ਉਹ ਇੱਕਦਮ ਪਾਟ ਜਾਂਦਾ ਹੈ। ਠੀਕ ਇਸੇ ਤਰ੍ਹਾਂ ਜੇਕਰ ਜਨਤਾ ਨੂੰ ਜ਼ਿਆਦਾ ਦਬਾਇਆ ਜਾਏਗਾ ਅਤੇ ਜਨਤਾ ਵਿਦਰੋਹ 'ਤੇ ਉਤਰ ਆਉਂਦੀ ਹੈ ਅਤੇ ਉਸ ਦੇ ਨਤੀਜੇ ਕਦੇ ਵੀ ਫਿਰ ਚੰਗੇ ਨਹੀਂ ਨਿਕਲਦੇ। ਅਤੇ ਕੱਲ ਜੋ ਹੈ ਨਾਰਦ ਨੂੰ ਸਮਝਾ ਰਹੀ ਹੈ ਕਿ ਇਸ ਖੁਸ਼ਾਮਦੋਂ ਕੌਰਵਾਂ 'ਚ ਜਦ ਕੁਹਾਈ, ਆਪਣੀ ਇਸੇ ਫਿਤਰਤ ਸਦਕਾ ਹੀ ਤਾਂ ਕੌਰਵਾਂ ਨੇ ਆਪਣੇ ਵੰਸ਼ ਦਾ ਨਾਸ਼ ਕਰਵਾ ਲਿਆ ਸੀ ਅਤੇ ਰਾਵਣ ਇਸ ਖੁਸ਼ਾਮਦੋਂ ਲੰਕਾ ਲੁਟਵਾਈ। ਅਤੇ ਆਪਣੀਆਂ ਇਸੇ ਮਨਮਰਜ਼ੀਆਂ ਦੇ ਕਾਰਨ, ਮਨ ਦੇ ਪਿੱਛੇ ਲੱਗਣ ਕਰਕੇ, ਆਪਣੇ ਸਵਾਰਥ ਦੇ ਲਈ ਰਾਵਣ ਨੇ ਲੰਕਾ ਜੋ ਸੀ ਸੋਨੇ ਦੀ, ਜਿਸ ਬਾਰੇ ਕਿਹਾ ਜਾਂਦਾ ਹੈ ਕਿਉਂਕਿ ਬਹੁਤ ਖੁਸ਼ਹਾਲ ਸੀ ਉਹ ਲੰਕਾ, ਉਹ ਲੁਟਵਾ ਲਈ ਸੀ। ਇਸ ਖੁਸ਼ਾਮਦੋਂ ਗੌਰੀਆਂ ਦਿੱਲੀ ਮਰਵਾਈ। ਅਤੇ ਆਪਣੀਆਂ ਅਜਿਹੀਆਂ ਨੀਤੀਆਂ ਸਦਕਾ ਹੀ ਗੌਰੀ ਵੰਸ਼ਜ ਜੋ ਸਨ ਉਹਨਾਂ ਨੇ ਆਪਣੇ ਹੱਥੋਂ ਦਿੱਲੀ ਦਾ ਰਾਜ ਭਾਗ ਗਵਾ ਲਿਆ ਸੀ। ਮੈਂ ਟੁਰ ਜਾਂ ਕਿਸੇ ਵਲਾਇਤੇ ਤੇਰੀ ਸਤਾਈ, ਕਵੀ ਕਹਿ ਰਿਹਾ ਹੈ ਕਿ ਕੱਲ ਨਾਰਦ ਨੂੰ ਕਹਿ ਰਹੀ ਹੈ ਕਿ ਮੇਰਾ ਦਿਲ ਕਰਦਾ ਹੈ ਕਿ ਮੈਂ ਕਿਸੇ ਬਗਾਨੇ ਮੁਲਕ ਦੇ ਵਿੱਚ ਜਾ ਕੇ ਸ਼ਰਨ ਲੈ ਲਵਾਂ, ਕਿਉਂਕਿ ਮੈਂ ਤੇਰੇ ਰਾਜ ਦੇ ਵਿੱਚ ਇੰਨੀ ਦੁਖੀ ਹਾਂ। ਅੱਗੇ ਨਾਦਰ ਸ਼ਾਹ ਦੇ ਜਾਂਦਿਆਂ ਦੁਹਾਈ, ਕਿ ਈਰਾਨ ਦੇ ਬਾਦਸ਼ਾਹ ਨਾਦਰ ਸ਼ਾਹ ਦੇ ਦਰਬਾਰ ਦੇ ਵਿੱਚ ਜਾ ਕੇ ਤੇਰੀਆਂ, ਭਾਵ ਹਿੰਦੁਸਤਾਨੀ ਸ਼ਾਹਾਂ ਦੀਆਂ ਵਧੀਕੀਆਂ ਬਾਰੇ ਸਾਰਾ ਉੱਥੇ ਭੇਦ ਖੋਲ੍ਹਦਿਆਂ ਜਾ ਕੇ ਦੁਹਾਈ ਉੱਥੇ ਦੇਵਾਂਗੀ, ਭਾਵ ਸਾਡੇ ਬਚਾਅ ਦੇ ਲਈ, ਹਿੰਦੁਸਤਾਨੀ ਜਨਤਾ ਦੇ ਬਚਾਅ ਦੇ ਲਈ ਉਸ ਵੇਲੇ ਦੇ ਜੋ ਮਾਹੌਲ ਸਨ ਉਸ ਦੇ ਵਿੱਚੋਂ ਜਨਤਾ ਦਾ ਜੋ ਹੈ ਛੁਟਕਾਰਾ ਪਾਉਣ ਦੇ ਲਈ ਨਾਦਰ ਸ਼ਾਹ ਸਾਡੀ ਸਹਾਇਤਾ ਕਰੇ। ਉੱਥੋਂ ਲਸ਼ਕਰ ਚੜ੍ਹਨ ਇਰਾਕ ਥੀ ਕਰ ਲੰਮੀ ਧਾਈ, ਕਵੀ ਕਹਿ ਰਿਹਾ ਹੈ ਕਿ ਜਦੋਂ ਕੱਲ ਜਿਹੜੀ ਹੈ ਇਸ ਤਰ੍ਹਾਂ ਜਨਤਾ ਕਿਸੇ ਬੇਗਾਨੇ ਹਾਕਮ ਦਾ ਸਾਥ ਦੇਵੇਗੀ, ਉਸਨੂੰ ਆਪਣੇ ਦੇਸ਼ ਦੀ ਸੂਹ ਦੇਵੇਗੀ, ਤਾਂ ਉਸ ਵੇਲੇ ਕੀ ਹੋਏਗਾ ਕਿ ਨਾਦਰ ਸ਼ਾਹ ਜਿਹੇ ਬਾਦਸ਼ਾਹ ਜਿਹੜੇ ਹਨ, ਉਹ ਜਿਹੜੇ ਪਹਿਲਾਂ ਹੀ ਵਿਸਤਾਰਵਾਦੀ ਨੀਤੀਆਂ ਵਾਲੇ ਹਨ, ਜਿਨ੍ਹਾਂ ਦੀ ਪਹਿਲਾਂ ਹੀ ਹਿੰਦੁਸਤਾਨ ਦੀ ਧਰਤੀ 'ਤੇ ਅੱਖ ਸੀ, ਉਹ ਕਦੇ ਵੀ ਇਸ ਮੌਕੇ ਨੂੰ ਹੱਥੋਂ ਨਹੀਂ ਗਵਾਉਣਗੇ। ਉੱਥੋਂ ਲਸ਼ਕਰ ਚੜ੍ਹਨ ਇਰਾਕ ਥੀ ਕਰ ਲੰਮੀ ਧਾਈ, ਉਹ ਤਾਂ ਆਪਣਾ ਪੂਰਾ ਲਾਮ ਲਸ਼ਕਰ ਲੈ ਕੇ ਮੈਦਾਨੇ ਜੰਗ ਦੇ ਵਿੱਚ ਲੜਨ ਦੇ ਲਈ ਇਰਾਕ ਤੋਂ ਇੰਨੀ ਦੂਰੋਂ ਵੀ ਚੱਲ ਕੇ ਹਿੰਦੁਸਤਾਨ ਦੀ ਧਰਤੀ 'ਤੇ ਆ ਸਕਦੇ ਸਨ, ਆ ਕੇ ਹਿੰਦੁਸਤਾਨ ਵਿੱਚ ਕਰਨ ਯੁੱਧ ਲੜਾਈ, ਅਤੇ ਹਿੰਦੁਸਤਾਨ ਦੀ ਧਰਤੀ 'ਤੇ ਆ ਕੇ ਉਹ ਇੱਕ ਭਿਆਨਕ ਯੁੱਧ ਕਰਨ ਤੋਂ ਵੀ ਬਾਜ਼ ਨਹੀਂ ਆਉਣਗੇ। ਘਮਾਸਾਨ ਯੁੱਧ ਮਚਾ ਕੇ ਵੀ ਆਪਣਾ ਆਪਾ ਵਾਰ ਕੇ ਵੀ ਜੇਕਰ ਉਹਨਾਂ ਨੂੰ ਹਿੰਦੁਸਤਾਨ ਦੀ ਰਾਜਗੱਦੀ 'ਤੇ ਕਾਇਮ ਹੋਣਾ ਪਿਆ ਤਾਂ ਉਹ ਕਦੇ ਪਿੱਛੇ ਨਹੀਂ ਹਟਣਗੇ। ਰਣ ਕਹਾਣੇ ਹੋਣਗੇ ਵੇਖੇ ਲੋਕਾਈ, ਅਤੇ ਫਿਰ ਮੈਦਾਨੇ ਜੰਗ ਦੇ ਵਿੱਚ ਜਿਹੋ ਜਿਹੇ ਰਣ ਕਹਾਣੇ ਹੋਣਗੇ, ਜਿਹੋ ਜਿਹੇ ਜੌਹਰ ਦੋਹਾਂ ਧਿਰਾਂ ਦਾ ਦੁਆਰਾ ਇੱਕ ਕਾਬਜ਼ ਹੋਣ ਦੇ ਲਈ ਲੜੇਗੀ ਅਤੇ ਦੂਜੀ ਆਪਣੇ ਕਬਜ਼ੇ ਨੂੰ ਬਰਕਰਾਰ ਰੱਖਣ ਦੇ ਲਈ। ਅਤੇ ਜੋ ਫਿਰ ਭਿਆਨਕ ਯੁੱਧ ਹੋਵੇਗਾ, ਜਿਸ ਤਰ੍ਹਾਂ ਦਾ ਸੰਘਰਸ਼ ਕਰਨਾ ਪਵੇਗਾ, ਉਹ ਸਾਰੀ ਦੁਨੀਆ ਨੂੰ ਪਤਾ ਚੱਲੇਗਾ, ਕਿਉਂਕਿ ਅਜੇ ਤਾਂ ਘਰ ਦੀ ਗੱਲ ਹੈ, ਘਰ ਦੇ ਵਿੱਚ ਸਮੇਟੀ ਜਾ ਸਕਦੀ ਹੈ, ਪਰ ਜੇਕਰ ਗੱਲ ਇੱਥੇ ਸਮੇਟੀ ਨਾ ਗਈ ਤਾਂ ਇਸ ਦੀਆਂ ਕਹਾਣੀਆਂ ਦੂਰ ਦੂਰ ਤੱਕ ਫੈਲਣਗੀਆਂ। ਇੱਕ ਦੂਜਾ ਨਾ ਸੰਭਲੇ ਬੇਟੇ ਨੂੰ ਮਾਈ, ਅਤੇ ਇੰਨਾ ਭਿਆਨਕ ਯੁੱਧ ਹੋਵੇਗਾ ਕਿ ਮਾਂ ਬਾਪ ਜੋ ਹੈ ਆਪਣੇ ਬੱਚਿਆਂ ਨੂੰ ਸੰਭਾਲਣ ਦਾ ਵੀ ਉਹਨਾਂ ਨੂੰ ਵਕਤ ਨਹੀਂ ਮਿਲੇਗਾ। ਭਾਵ ਜਦੋਂ ਮੁਸੀਬਤ ਆਉਂਦੀ ਹੈ, ਕਹਿੰਦੇ ਕਿ ਬਾਂਦਰੀ ਦੇ ਪੈਰ ਸੜੇ ਅਤੇ ਬੱਚੇ ਪੈਰਾਂ ਹੇਠ ਧਰੇ, ਭਾਵ ਇਹ ਇਨਸਾਨੀ ਫਿਤਰਤ ਹੈ ਕਿ ਜਦੋਂ ਇਨਸਾਨ ਮੁਸੀਬਤ ਦੇ ਵਿੱਚ ਹੁੰਦਾ ਉਹ ਸਿਰਫ ਆਪਣੇ ਬਾਰੇ ਸੋਚਦਾ ਹੈ। ਇੱਥੋਂ ਤੱਕ ਕਿ ਮਾਂ ਬਾਪ ਵੀ ਆਪਣੇ ਬੱਚਿਆਂ ਬਾਰੇ ਸੋਚਣ ਦੀ ਬਜਾਏ ਉਹਨਾਂ ਦਾ ਸਭ ਤੋਂ ਪਹਿਲਾ ਜੋ ਇੱਕ ਹੀਲਾ ਹੋਏਗਾ, ਕੋਸ਼ਿਸ਼ ਹੋਏਗੀ ਆਪਣਾ ਆਪਾ ਬਚਾਉਣ ਦੀ ਹੋਏਗੀ। ਭਾਵ ਜਦੋਂ ਅਜਿਹੀ ਖਾਨਾ ਜੰਗੀ ਦੀ ਸਥਿਤੀ ਦੇ ਵਿੱਚ
ਜਦੋਂ ਨਾਦਰ ਸ਼ਾਹ ਨੇ ਹਿੰਦੁਸਤਾਨ ਦੀ ਧਰਤੀ 'ਤੇ ਹਮਲਾ ਕਰ ਦਿੱਤਾ ਤਾਂ ਇੰਨਾ ਭਿਆਨਕ ਦ੍ਰਿਸ਼ ਹੋਵੇਗਾ ਕਿ ਮਾਵਾਂ ਆਪਣੇ ਬੱਚੇ ਨੂੰ ਸੰਭਾਲਣ ਦੀ ਵੀ ਸੁੱਧ ਬੁੱਧ ਭੁੱਲ ਜਾਣਗੀਆਂ। ਕਦੇ ਗਾਂਹ ਗਾਂਹ ਰਲ ਬਹਿਣਗੇ ਭੈਣਾਂ ਅਤੇ ਭਾਈ। ਅਤੇ ਇੱਕ ਵਾਰੀ ਉਸ ਮੈਦਾਨੇ ਜੰਗ ਦੇ ਕਰਕੇ ਜਾਂ ਉਸ ਯੁੱਧ ਦੇ ਕਰਕੇ ਇੱਕ ਵਾਰੀ ਜਦੋਂ ਵਿਛੋੜਾ ਪੈ ਗਿਆ ਪਰਿਵਾਰਾਂ ਦੇ ਵਿੱਚ, ਅਤੇ ਪਤਾ ਨਹੀਂ ਭਵਿੱਖ ਦੇ ਵਿੱਚ ਕਦੋਂ ਫਿਰ ਉਹਨਾਂ ਦੇ ਮੇਲ ਹੋਣਗੇ। ਭਰ ਲੈਣ ਈਰਾਨੀ ਦਿੱਲੀਓਂ ਟੋਪੇ ਦੀ ਅਤੇ ਪਾਈ। ਅਤੇ ਇਸ ਤਰ੍ਹਾਂ ਈਰਾਨੀਆਂ ਨੇ ਦਿੱਲੀ ਦੀ ਰਾਜਗੱਦੀ 'ਤੇ ਕਾਬਜ਼ ਹੋ ਜਾਣਾ ਹੈ, ਕਿਉਂਕਿ ਉਹ ਸਮਰੱਥ ਵੀ ਹਨ। ਅਤੇ ਦੂਸਰਾ ਪਾਸੇ ਹਿੰਦੁਸਤਾਨੀ ਜੋ ਮਾਹੌਲ ਹੈ ਉਸ ਵੇਲੇ ਦਾ ਉਹ ਇਸ ਤਰ੍ਹਾਂ ਦਾ ਹੈ ਕਿ ਰਾਜੇ ਸਵਾਰਥੀ ਹੋ ਜਾਣ ਸਦਕਾ ਜਨਤਾ ਰਾਜਿਆਂ ਦਾ ਸਾਥ ਨਹੀਂ ਦੇਵੇਗੀ ਅਤੇ ਰਾਜਿਆਂ ਦਾ ਫਿਰ ਉੱਥੇ ਹਾਰਨਾ ਨਿਸ਼ਚਿਤ ਹੈ। ਮੈਂ ਵੀ ਬਦਲੇ ਲਵਾਂਗੀ ਪਰ ਦੂਣ ਸਵਾਈ। ਜਦੋਂ ਰਾਜ ਘਰਾਣੇ ਆਪਸ ਦੇ ਵਿੱਚ ਲੜ ਰਹੇ ਹਨ, ਜਦੋਂ ਕਾਂਟੇ ਦੀ ਟੱਕਰ ਹੈ, ਅਤੇ ਉਸ ਵੇਲੇ ਦੋ ਧਿਰਾਂ ਦੀ ਲੜਾਈ ਦੇ ਵਿੱਚ ਤੀਜੀ ਧਿਰ ਜਿਹੜੀ ਹੈ ਜਨਤਾ, ਉਹ ਵੀ ਆਪਣੇ ਰਾਜੇ ਤੋਂ ਬਦਲਾ ਲੈਣ ਦੇ ਲਈ ਬੇਗਾਨੀ ਧਿਰ ਭਾਵ ਈਰਾਨੀ ਬਾਦਸ਼ਾਹ ਦਾ ਸਾਥ ਦੇ ਸਕਦੀ ਹੈ। ਪਰ ਦੂਣ ਮੈਂ ਵੀ ਬਦਲੇ ਲਵਾਂਗੀ ਪਰ ਦੂਣ ਸਵਾਈ, ਮਤਲਬ ਜਿੰਨਾ ਵੀ ਮੇਰੇ ਹੁਣ ਤੱਕ ਸ਼ੋਸ਼ਣ ਹੋਇਆ ਹੈ, ਇਸ ਸ਼ੋਸ਼ਣ ਦਾ ਬਦਲਾ ਜਦੋਂ ਵੀ ਵਕਤ ਆਇਆ ਲੈਣ ਤੋਂ ਪਿੱਛੇ ਕੋਈ ਨਹੀਂ ਹਟਦਾ। ਇਸੇ ਲਈ ਕਲ ਜੋ ਹੈ ਨਾਰਦ ਨੂੰ ਕਹਿ ਰਹੀ ਹੈ, ਮੈਂ ਤਾਈਂ ਧੀ ਖੰਗਾਲ ਦੀ ਹੋਣੀ ਦੀ ਜਾਈ। ਕਵੀ ਕਹਿ ਰਿਹਾ ਹੈ ਕਿ ਉਹ ਕਹਿ ਰਹੀ ਹੈ ਕਿ ਮੈਂ ਵੀ ਜੋ ਹੈ ਇੱਕ ਮਹਾਂਕਾਲ ਦੀ ਧੀ ਹਾਂ। ਭਾਵ ਜਦੋਂ ਵੀ ਕਿਸੇ ਦੇਸ਼ ਦੇ ਵਿੱਚ ਯੁੱਧ ਹੁੰਦਾ ਹੈ ਅਤੇ ਯੁੱਧ ਹੋਣ ਦਾ ਕਾਰਨ ਕੋਈ ਆਪਸੀ ਇੰਨਾ ਗਹਿਰਾ ਵਿਵਾਦ ਹੁੰਦਾ ਹੈ, ਤਾਂ ਫਿਰ ਦੋਹੇਂ ਧਿਰਾਂ ਇੱਕ ਦੂਜੇ ਤੋਂ ਬਦਲੇ ਲੈਣ ਦੇ ਲਈ ਮੈਦਾਨੇ ਜੰਗ ਦੇ ਵਿੱਚ ਇੱਕ ਦੂਜੇ ਦਾ ਲਿਹਾਜ਼ ਨਹੀਂ ਕਰਦੀਆਂ, ਕਿਉਂਕਿ ਇਸ ਤਰ੍ਹਾਂ ਲੱਗਦਾ ਹੈ ਕਿ ਦੋਵੇਂ ਧਿਰਾਂ ਮੌਤ ਦਾ ਇੱਕ ਤਰ੍ਹਾਂ ਦੇ ਨਾਲ ਯਮ ਦਾ ਰੂਪ ਧਾਰਨ ਕਰ ਚੁੱਕਦੀਆਂ ਹਨ ਅਤੇ ਇੱਕ ਦੂਸਰੇ ਨੂੰ ਵੱਧ ਤੋਂ ਵੱਧ ਨੁਕਸਾਨ ਪਹੁੰਚਾਉਣ ਦੇ ਲਈ, ਮਾਰ ਕਾਟ ਕਰਨ ਦੇ ਲਈ ਆਪਣਾ ਪੂਰਾ ਜੋ ਇੱਕ ਤਰ੍ਹਾਂ ਦੇ ਨਾਲ ਕੋਸ਼ਿਸ਼ ਕਰਦੀਆਂ ਹਨ ਅਤੇ ਉਸ ਦੇ ਵਿੱਚ ਕਾਮਯਾਬ ਵੀ ਰਹਿੰਦੀਆਂ ਹਨ। ਇਸ ਤਰ੍ਹਾਂ ਭਾਵ ਨਜ਼ਾਬਤ ਨੇ ਨਾਦਰ ਸ਼ਾਹ ਦੀ ਵਾਰ ਦੇ ਬਹਾਨੇ ਦੇ ਨਾਲ ਉਸ ਵੇਲੇ ਦੀ ਸਥਿਤੀ ਨੂੰ ਬਿਆਨ ਕੀਤਾ ਹੈ। ਜੋ ਇਹ ਦੋਵੇਂ ਪਾਤਰ ਜੋ ਹਨ ਕਲ ਅਤੇ ਨਾਰਦ, ਇਹ ਮਿਥਿਹਾਸਕ ਪਾਤਰ ਹਨ। ਮਿਥਿਹਾਸਕ ਪਾਤਰਾਂ ਨੂੰ ਆਧਾਰ ਬਣਾ ਕੇ, ਮਿਥਿਹਾਸਕ ਪਾਤਰਾਂ ਤੋਂ ਭਾਵ ਹੈ ਕਿ ਉਹ ਪਾਤਰ ਜਾਂ ਇੱਕ ਹੁੰਦਾ ਇਤਿਹਾਸ, ਇੱਕ ਹੁੰਦਾ ਹੈ ਮਿਥਿਹਾਸ। ਇਤਿਹਾਸ ਬਾਰੇ ਸਾਡੇ ਕੋਲ ਉਹ ਸਮਾਂ ਅਤੇ ਸਥਾਨ ਨਿਸ਼ਚਿਤ ਹੁੰਦਾ ਹੈ ਉਸਦਾ, ਪਰ ਮਿਥਿਹਾਸ ਦਾ ਸਮਾਂ ਅਤੇ ਸਥਾਨ ਨਿਸ਼ਚਿਤ ਨਹੀਂ ਹੁੰਦਾ। ਮਿਥਿਹਾਸ ਕਲਪਨਾ 'ਤੇ ਆਧਾਰਿਤ ਹੁੰਦਾ ਹੈ ਅਤੇ ਮਿਥਿਹਾਸ ਦੇ ਵਿੱਚ ਅਤਕਥਨੀ ਹੁੰਦੀ ਹੈ। ਗੱਲ ਨੂੰ ਲੋੜ ਤੋਂ ਵੱਧ ਵਧਾ ਚੜ੍ਹਾ ਕੇ ਵੀ ਬਿਆਨ ਕੀਤਾ ਗਿਆ ਹੁੰਦਾ ਹੈ। ਇਸ ਤਰ੍ਹਾਂ ਨਾਦਰ ਸ਼ਾਹ ਨੇ ਇਸ ਵਾਰ ਦੇ ਵਿੱਚ ਮਿਥਿਹਾਸਕ ਪਾਤਰਾਂ ਦੇ ਹਵਾਲੇ ਦੇ ਨਾਲ ਉਸ ਵੇਲੇ ਦੀ ਹਿੰਦੁਸਤਾਨੀ ਅਵਸਥਾ ਨੂੰ ਜਾਂ ਉਸ ਵੇਲੇ ਦੀਆਂ ਹਿੰਦੁਸਤਾਨੀ ਪ੍ਰਸਥਿਤੀਆਂ ਨੂੰ ਬਿਆਨ ਕੀਤਾ ਹੈ। ਧੰਨਵਾਦ।